इस मामले दे विच पंजाब दे गुरु घर ये भी बहस चल पई बन जी कि पिंडां दे गुरु घरां दे विच मर्यादा होर तर੍ਹਾਂ ਦੀ है, शहरां दे विच जिहड़े गुरु घर ने खास जगह ते बने हुए उन्हां दी मर्यादा कुछ होर तर੍ਹਾਂ ਦੀ है। जलंधर शहर दे विच जिस इलाके दे विच घटना वापरी है वो पुराना इलाका है, चंगा इलाका है, तो उसके लागो लाग होर भी इस तरह के गुरु घर ने जिथे इस तरह की मर्यादा हो सकती है। कल उत्थे खपे सन 1999 के आस पास श्री अकाल तख्त साहब तो हुक्मनामे जारी होए सी कि इस तरह दीवान हाल दे विच ते लंगर हालों के विच कुर्सियां ते बैठण की पूर्ण मनाही कर दी गई सी कि बिल्कुल ये काम नहीं करना, कुर्सियां में कुछ नहीं लाना, किसी उच्ची जगह पर बहना नहीं, जो जे दीवान हाल च बैठे हो या पंगत में लंगर छक रहे हो तो थले ਜਿਹੜਾ ਉਹ ਚੌਂਕੜਾ ਮਾਰ ਕੇ ਬੈਠਿਆ ਜਾਵੇ। ਪ੍ਰਬੰਧਕਾਂ ਤੇ ਛੱਡ ਦਿੱਤੀ ਗਈ ਗੱਲ ਕਿ ਭਾਈ ਤੁਸੀਂ ਮੌਕੇ ਤੇ ਮੌਜੂਦ ਗੁਰਸਿੱਖ ਹੋ, ਤੁਸੀਂ ਵੀ ਗੁਰਦੁਆਰਿਆਂ ਦੇ ਪ੍ਰਬੰਧ ਚਲਾ ਰਹੇ ਹੋ, ਤੁਸੀਂ ਫੈਸਲਾ ਕਰੋ ਕਿ ਇੱਥੇ ਕੀ ਠੀਕ ਹੈ ਤੇ ਕੀ ਗਲਤ ਹੈ। ਵਾਅਦੇ ਸਰਕਾਰ ਨੇ ਕਿਹੜੇ ਕੀਤੇ ਸੀ ਅੰਦਰ ਖਾਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ, ਉਹ ਤੇ ਉਹ ਆਗੂ ਜਾਣਦੇ ਹੋਣਗੇ ਜਾਂ ਸਰਕਾਰ ਜਾਣਦੀ ਹੈ, ਪਰ ਹੁਣ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਰਾਜ ਸਭਾ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਹਿ ਦਿੱਤਾ ਕਿ 86 ਕੇਸ ਜਿਹੜੇ ਨੇ ਕਿਸਾਨਾਂ ਤੇ ਉਹ ਵਾਪਸ ਕੀਤੇ ਜਾਣਗੇ ਜਾਂ ਹੋ ਗਏ ਨੇ। ਉਹ 86 ਕੇਸ ਕਿਹੜੇ ਨੇ? ਕੀ ਦਿੱਲੀ ਦੇ ਬਾਰਡਰ ਤੇ ਜੋ ਕੁਛ ਜੇ ਕੋਈ ਘਟਨਾ ਹੋਈ ਹੈ ਤੇ ਉਹਦੇ ਨਾਲ ਸੰਬੰਧਿਤ ਨੇ, ਜਾਂ ਜਿਹੜੇ ਲਾਲ ਕਿਲੇ ਦੇ ਉੱਪਰ ਜਿਹੜੇ ਲੋਕਾਂ ਦੇ ਉੱਪਰ ਕੇਸ ਲਾਲ ਕਿਲੇ ਵਾਲੇ ਕੇਸ ਪਏ ਸੀ ਹਿੰਸਾ ਦੇ, ਜਾਂ ਉੱਥੇ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕਾਰਵਾਈ ਸੀ ਤੇ ਉਹ ਕੇਸ ਵਾਪਸ ਹੋਣਗੇ ਜਾਂ ਕੋਈ ਹੋਰ ਨੇ। ਆਮ ਤੌਰ ਤੇ ਰੇਲ ਲਾਈਨਾਂ ਦੇ ਟਰੈਕ ਢੱਕਣੇ, ਰੇਲਾਂ ਦੀ ਆਵਾਜਾਈ ਦੇ ਵਿੱਚ ਵਿਘਨ ਪਾਉਣਾ, ਇਸ ਨੂੰ ਕਾਫੀ ਵੱਡਾ ਜੁਰਮ ਮੰਨਿਆ ਜਾਂਦਾ ਹੈ। ਰੇਲਵੇਜ਼ ਦੇ ਕਾਨੂੰਨ ਵੱਖਰੇ ਨੇ। ਇਹ ਵੀ ਦੱਸਿਆ ਜਾਂਦਾ ਹੈ ਕਿ ਕੇਸ ਭੁਗਤਣ ਵਾਸਤੇ ਦੂਰ ਦਰਾਡੇ ਭੇਜਿਆ ਜਾਂਦਾ। ਪੰਜਾਬ ਦੇ ਚਾਹੇ ਕਿਸੇ ਹਿੱਸੇ ਵਿੱਚ ਹੋਇਆ ਹੋਵੇ, ਕਈ ਵਾਰੀ ਉਹਨਾਂ ਨੂੰ ਕੇਸ ਭੁਗਤਣ ਫਿਰੋਜ਼ਪੁਰ ਤੱਕ ਜਾਣਾ ਪੈਂਦਾ। ਇਹਨਾਂ ਸਾਰਿਆਂ ਦੀ ਅਜੇ ਤੱਕ ਮੋਟੀ ਜਿਹੀ ਜਾਣਕਾਰੀ ਕਿ ਹਰਿਆਣੇ ਦੇ ਕੁਝ ਕੇਸ ਜਿਹੜੇ ਨੇ ਵਾਪਸ ਲੈਣ ਵਾਸਤੇ ਹਰਿਆਣਾ ਸਰਕਾਰ ਨੇ ਪ੍ਰਪੋਜ਼ਲ ਜਿਹੜਾ ਆਪਣੇ ਵੱਲੋਂ ਪਾਸ ਕਰਕੇ ਕੇਂਦਰ ਦੀ ਹੋਮ ਮਿਨਿਸਟਰੀ ਨੂੰ ਭੇਜਿਆ ਹੋਇਆ, ਜੋ ਅਜੇ ਤੱਕ ਅਪਰੂਵਲ ਦੇ ਅਧੀਨ ਹੈ। ਪੰਜਾਬ ਦੇ ਵਿੱਚ ਗਿੱਦੜਬਾਹਾ ਦੇ ਪਿੰਡ ਕੋਟ ਭਾਈ ਦੇ 20 ਸਾਲਾ ਹਰਮਨਦੀਪ ਦਾ ਫਰੌਤੀ ਲੈਣ ਬਦਲੇ ਕਤਲ ਹੋ ਗਿਆ। ਬੜੀ ਮੰਦਭਾਗੀ ਗੱਲ ਹੈ। ਕਿਸੇ ਮਾਪਿਆਂ ਦਾ ਬੱਚਾ 20 ਸਾਲ ਉਮਰ ਕੀ ਹੁੰਦੀ ਹੈ, ਔਰ ਅੱਜ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ 10 ਦਿਨ ਹੋ ਚੁੱਕੇ ਨੇ ਉਸ ਨੂੰ ਮਾਰ ਕੇ ਉਸ ਨੂੰ ਟੋਏ ਦੇ ਵਿੱਚ ਦੱਬ ਦਿੱਤਾ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਖਬਰਾਂ ਤੇ ਗੱਲਬਾਤ ਕਰਦੇ ਹਾਂ ਤੇ ਗੱਲਬਾਤ ਕਰਨ ਲਈ ਸਾਡੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੇਠ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ ਸਵਾਗਤ ਹੈ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਮਨ ਜੀ, ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਖਾਲਸਾ ਵਹੀਰ ਚੱਲ ਰਹੀ ਹੈ ਪੰਜਾਬ ਦੇ ਵਿੱਚ। ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਅਤੇ ਜਿਸ ਵੀ ਗੁਰੂ ਘਰ ਦੇ ਵਿੱਚ ਫਰਨੀਚਰ ਪਿਆ ਹੁੰਦਾ ਆ ਉਸ ਨੂੰ ਬਾਹਰ ਰੱਖ ਕੇ ਅੱਗ ਲਾ ਦਿੰਦੇ ਨੇ। ਪਰ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਸ਼੍ਰੋਮਣੀ ਕਮੇਟੀ ਬਹੁਤ ਚੁੱਪ ਸੀ, ਪਰ ਅੱਜ ਉਹਨਾਂ ਨੇ ਚੁੱਪੀ ਤੋੜੀ ਹੈ। ਕੀ ਕਿਹਾ ਸ਼੍ਰੋਮਣੀ ਕਮੇਟੀ ਨੇ? ਮਨ ਜੀ, ਤੁਸੀਂ ਗੱਲ ਇਹ ਸਹੀ ਆਖੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਸੀ ਐਜ਼ ਏ ਕਮੇਟੀ। ਉਹਨਾਂ ਵੱਲੋਂ ਅਧਿਕਾਰਕ ਤੌਰ 'ਤੇ ਕੋਈ ਇਸ 'ਤੇ ਟਿੱਪਣੀ ਨਹੀਂ ਸੀ ਕੀਤੀ ਗਈ। ਜੇ ਅਸੀਂ ਗੱਲ ਕਰੀਏ ਇਕੱਲੇ ਮੈਂਬਰਾਂ ਦੀ, ਜਿਵੇਂ ਪਹਿਲਾਂ ਪਿਛਲੇ ਪ੍ਰੋਗਰਾਮਾਂ 'ਚ ਦੱਸਿਆ ਸੀ, ਰਣਜੀਤ ਸਿੰਘ ਢੱਡਰੀਆਂ ਵਾਲਾ ਸ਼੍ਰੋਮਣੀ ਕਮੇਟੀ ਦਾ ਹਿੱਸਾ ਤਾਂ ਨਹੀਂ, ਪਰ ਇੰਡੀਵਿਜੂਅਲ ਤੌਰ 'ਤੇ ਉਹਨਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ। ਫਿਰ ਵਾਰੀ ਆਈ ਬਲਜੀਤ ਸਿੰਘ ਦਾਦੂਵਾਲ ਦੀ, ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਿੱਚੋਂ ਬੀਬੀ ਕਿਰਨਜੀਤ ਕੌਰ, ਉਹਨਾਂ ਨੇ ਵਿਰੋਧਤਾ ਕੀਤੀ ਅਤੇ ਉਹਨਾਂ ਨੇ ਬੁਰਸ਼ਾਗਰਦੀ ਲਫ਼ਜ਼ ਜਿਹੜਾ ਉਹ ਵਰਤਿਆ ਇਸ ਵਾਸਤੇ। ਫਿਰ ਇਸ ਤੋਂ ਬਾਅਦ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹੋਰ ਉੱਥੇ ਦੇ ਅਹੁਦੇਦਾਰ ਜਿਹੜੇ ਸੀ ਉਹ ਇਸ ਵਿੱਚ ਨਿੱਤਰੇ ਅਤੇ ਉਹਨਾਂ ਨੇ ਗੱਲ ਕੀਤੀ ਕਿ ਇਹ ਠੀਕ ਨਹੀਂ ਹੈ। ਪੰਜਾਬ ਦੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸੀ ਉਹਨਾਂ ਵਿੱਚੋਂ ਕੋਈ ਬਹੁਤ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲਿਆ। ਉਮੀਦ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ 'ਚ ਕੋਈ ਨਾ ਕੋਈ ਦਖਲ ਦੇਵੇਗੀ, ਅਤੇ ਅਸੀਂ ਵੀ ਵਾਰ-ਵਾਰ ਆਪਣੇ ਪਲੇਟਫਾਰਮ ਤੋਂ ਇਹ ਬੇਨਤੀ ਕਰਦੇ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਹੁਣੀ ਜੋ ਕਰ ਰਹੇ ਨੇ ਉਸ ਦੇ ਖਿਲਾਫ ਵਿੱਚ ਅਤੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ 50-50 ਵਾਲਾ ਕੰਮ ਹੋਇਆ ਪਿਆ। ਇਸ ਨਾਲ ਕੀ ਹੁੰਦਾ ਹੈ, ਆਪਸੀ ਭਾਈਚਾਰਾ ਜਿਹੜਾ ਉਹ ਖਰਾਬ ਹੁੰਦਾ ਹੈ, ਨਾਲ ਦੀ ਨਾਲ ਕੁਛ ਇਤਫਾਕ ਜਿਹੜਾ ਉਹ ਘਟਦਾ ਹੈ, ਬਹਿਸ ਨੂੰ ਜਨਮ ਜਿਹੜਾ ਮਿਲਦਾ।
ਜਿਸ ਦੇ ਵਿੱਚੋਂ ਕਦੇ ਕੁਝ ਨਿਕਲਦਾ ਨਹੀਂ। ਜੇ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰੀਏ ਤਾਂ 5 ਬੰਦੇ ਉਸ ਦੇ ਹੱਕ ਵਿੱਚ ਕਮੈਂਟ ਕਰਨਗੇ, 5 ਵਿਰੋਧ ਵਿੱਚ ਕਰਨਗੇ। ਮਾੜਾ ਮੋਟਾ ਕਿਤੇ ਫਰਕ ਪੈ ਜਾਵੇਗਾ, ਵਿੱਚੋਂ ਨਿਕਲਣ ਵਾਸਤੇ ਕੁਝ ਨਹੀਂ ਹੈ। ਆਪਸੀ ਦੁਸ਼ਮਣੀਆਂ, ਹਿੰਸਾ ਤੇ ਨਾਲ ਗਾਲੀ ਗਲੋਚ ਤੇ ਸਭ ਕੁਝ ਫਿਰ ਇਸ ਦੇ ਵਿੱਚੋਂ ਉਪਜਦਾ, ਦੋਹਾਂ ਪਾਸਿਆਂ ਤੋਂ ਬਰਾਬਰ ਚੱਲਦਾ। ਇਸ ਵਿੱਚ ਕਿਸੇ ਇੱਕ ਨੂੰ ਦੋਸ਼ੀ ਠਹਿਰਾ ਕੇ ਗਰਦਾਨ ਕੇ ਉਹਨਾਂ ਨੂੰ ਇੱਕ ਪਾਸੇ ਕਟਹਿਰੇ ਵਿੱਚ ਖੜਾ ਕਰ ਦੇਣਾ, ਉਹ ਗੱਲ ਮਾੜੀ ਹੋਵੇਗੀ। ਤੇ ਅਸੀਂ ਪਹਿਲੇ ਦਿਨ ਤੋਂ ਅਪੀਲ ਕਰਦੇ ਆ ਰਹੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੰਥ ਪ੍ਰਵਾਨਿਤ ਮਰਿਆਦਾ ਕੀ ਹੈ, ਉਹਦੇ ਬਾਰੇ ਸਪਸ਼ਟ ਕੀਤਾ ਜਾਵੇ। ਜੇ ਕੋਈ ਫਰੈਸ਼ ਤਾਜ਼ਾ ਹੁਕਮਨਾਮਾ ਸਾਹਿਬ ਵੀ ਜਾਰੀ ਕਰਨਾ ਪੈਂਦਾ ਹੈ ਤੇ ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਉਹਨਾਂ ਨੂੰ ਜਿਹੜਾ ਹੈ ਉਹ ਦੇਖਿਆ ਜਾਵੇ। ਤੇ ਕਈ ਲੋਕਾਂ ਨੇ ਮੰਗ ਕੀਤੀ ਕਿ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਕਿ ਫਲਾਂ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਬੈਂਚ ਜਾਂ ਕੁਰਸੀਆਂ ਲਾ ਕੇ ਬੇਅਦਬੀ ਹੋ ਰਹੀ ਹੈ, ਤੇ ਉਹਦੀ ਸ਼ਿਕਾਇਤ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੀਤੀ ਜਾਵੇ, ਤਾਂ ਕਿ ਉਹ ਕੋਈ ਐਕਸ਼ਨ ਲੈਣ। ਹੁਣ ਇਸ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਕਿ ਦੇਖੋ, ਇਹ ਗੱਲ ਤਾਂ ਅਸੀਂ ਪਹਿਲਾਂ ਵੀ ਉਹਨਾਂ ਕੋਲ ਪਹੁੰਚੀ ਹੈ, ਉਹਨਾਂ ਨੂੰ ਪਤਾ ਹੈ ਬੇਅਦਬੀ ਹੋ ਰਹੀ ਫਲਾਨੀ ਜਗ੍ਹਾ ਤੇ ਫਲਾਂ ਕੰਮ ਹੋ ਰਿਹਾ, ਤੇ ਉਹਨਾਂ ਨੇ ਤਾਂ ਐਕਸ਼ਨ ਪਹਿਲਾਂ ਕੋਈ ਨਹੀਂ ਲਿਆ। ਕੋਈ ਕਹਿੰਦਾ ਹੈ ਕਿ ਬਾਦਲਾਂ ਦੀ ਕਮੇਟੀ ਆ, ਉਹਨਾਂ ਨੇ ਐਕਸ਼ਨ ਕਿਉਂ ਲੈਣਾ, ਉਹ ਸੇਫ ਗੇਮ ਜਿਹੜੀ ਹੈ ਖੇਡ ਰਹੇ ਨੇ। ਪਰ ਫਿਰ ਵੀ ਕੌਮ ਤੇ ਇੱਕ ਹੈ ਨਾ, ਕਿਸੇ ਪਾਸੇ ਤੇ ਸਾਨੂੰ ਖਲੋਣਾ ਤਾਂ ਪਵੇਗਾ ਨਾ। ਇਸ ਮਾਮਲੇ ਦੇ ਵਿੱਚ ਪੰਜਾਬ ਦੇ ਗੁਰੂ ਘਰ, ਇਹ ਵੀ ਬਹਿਸ ਚੱਲ ਪਈ ਬਣ ਜੀ ਕਿ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਮਰਿਆਦਾ ਹੋਰ ਤਰ੍ਹਾਂ ਦੀ ਹੈ, ਸ਼ਹਿਰਾਂ ਦੇ ਵਿੱਚ ਜਿਹੜੇ ਗੁਰੂ ਘਰ ਨੇ ਖਾਸ ਜਗ੍ਹਾ ਤੇ ਬਣੇ ਹੋਏ, ਉਹਨਾਂ ਦੀ ਮਰਿਆਦਾ ਕੁਝ ਹੋਰ ਤਰ੍ਹਾਂ ਦੀ ਹੈ। ਜਲੰਧਰ ਸ਼ਹਿਰ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ, ਉਹ ਪੁਰਾਣਾ ਇਲਾਕਾ ਹੈ, ਚੰਗਾ ਇਲਾਕਾ ਹੈ, ਤੇ ਉਸ ਦੇ ਲਾਗੋ ਲਾਗੀ ਹੋਰ ਵੀ ਇਸ ਤਰ੍ਹਾਂ ਦੇ ਗੁਰੂ ਘਰ ਨੇ ਜਿੱਥੇ ਇਸ ਤਰ੍ਹਾਂ ਦੀ ਮਰਿਆਦਾ ਹੋ ਸਕਦੀ ਹੈ। ਕੱਲ੍ਹ ਨੂੰ ਉੱਥੇ ਖੱਪ ਪਏਗੀ। ਹੁਣ ਇਹ ਕਮੇਟੀ ਵਾਲੇ ਜਿਹੜੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਵਾਲੇ ਕਹਿੰਦੇ ਸੀ ਕਿ ਚਲਦੇ ਦੀਵਾਨਾਂ ਨੂੰ ਰੋਕ ਕੇ ਜਿਹੜੀ ਸੀ ਕਾਰਵਾਈ ਕੀਤੀ ਗਈ, ਜੋ ਕਿ ਨਿੰਦਣਯੋਗ ਹੈ। ਦਬਵੀਂ ਆਵਾਜ਼ ਦੇ ਵਿੱਚ ਸਾਰਿਆਂ ਨੇ ਇਸ ਦੀ ਵਿਰੋਧਤਾ ਉੱਥੇ ਮੌਜੂਦ ਕੀਤੀ, ਤੇ ਜਿਹੜੇ ਬਾਹਰਲੇ ਲੋਕ ਸੀ ਉਹ ਕਹਿੰਦੇ ਸੀ ਕਿ ਨਹੀਂ, ਠੀਕ ਕੀਤਾ, ਅੰਮ੍ਰਿਤਪਾਲ ਸਿੰਘ ਠੀਕ ਕਰ ਰਹੇ ਨੇ। ਸੋ ਵਿੱਚੋਂ ਨਿਕਲਣ ਵਾਲਾ ਕੁਝ ਨਹੀਂ ਸੀ। ਹਾਂ, ਇਸ ਦੇ ਨਾਲ ਇੱਕ ਵਿਸ਼ਾ ਜਿਹਾ ਜਿਹੜਾ ਛਿੜ ਪਿਆ, ਹੋ ਸਕਦਾ ਇਸ ਦੇ ਵਿੱਚੋਂ ਕੋਈ ਚੰਗਾ ਰਿਜ਼ਲਟ ਜਾਂ ਚੰਗੀ ਸੇਧ ਸਾਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਿਕਲ ਆਵੇ ਤੇ ਮਿਲ ਜਾਵੇ। ਇਸ ਮਾਮਲੇ ਦੇ ਵਿੱਚ ਪਹਿਲੀ ਜਿਹੜੀ ਅਫੀਸ਼ੀਅਲ ਮੀਟਿੰਗ ਆ ਰੋਪੜ ਦੇ ਰੂਪਨਗਰ ਦੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਕੋਟਲਾ ਨਿਹੰਗ ਦੇ ਵਿੱਚ ਕੀਤੀ ਗਈ। ਉਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨਾਲ ਉਹਨਾਂ ਦੇ ਮੈਂਬਰ ਤੇ ਨਾਲ ਕਰਨੈਲ ਸਿੰਘ ਪੰਜੋਲੀ ਤੇ ਸਕੱਤਰ ਬਲਵਿੰਦਰ ਸਿੰਘ ਕਾਲਮਾ ਜਿਹੜੇ ਸੀ ਉੱਥੇ ਸ਼ਾਮਲ ਹੋਏ। ਹੋਰ ਅਹੁਦੇਦਾਰ ਵੀ ਸੀਗੇ। ਪਹਿਲੇ ਤੇ ਗੱਲ ਜਲੰਧਰ ਦੇ ਇਸ ਗੁਰੂ ਘਰ ਦੀ ਘਟਨਾ ਦੇ ਬਾਰੇ ਨਿਖੇਧੀ ਕੀਤੀ ਗਈ ਓਵਰਆਲ ਕੰਸੈਂਸਸ ਦੇ ਤਹਿਤ ਕਿ ਇਹ ਮਾੜੀ ਗੱਲ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਤੇ ਨਾਲ ਜਿਹੜੀ ਬੇਨਤੀ ਹੈ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਰ ਦਿੱਤੀ ਗਈ ਹੈ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਦਖਲ ਦਿਓ, ਤਾਂ ਕਿ ਕੌਮ ਦੀ ਅਗਵਾਈ ਕਰੋ, ਤਾਂ ਕਿ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਨਾ ਹੋਵੇ ਜਿਸ ਨਾਲ ਆਪਸੀ ਟਕਰਾਅ ਵਾਲੀ ਸਥਿਤੀ ਜਿਹੜੀ ਆ ਉਹ ਬਣ ਜਾਵੇ। ਪਰ ਨਾਲ ਦੀ ਨਾਲ ਬੈਕਗਰਾਊਂਡ ਦੇ ਵਿੱਚ ਜਾ ਕੇ ਕੁਝ ਗੱਲਾਂ ਦੱਸੀਆਂ ਗਈਆਂ। ਉਹ ਬੈਕਗਰਾਊਂਡ ਕੀ ਹੈ ਦਵਿੰਦਰ ਜੀ? ਉਹ ਇਹ ਹੈ ਕਿ ਉਹਨਾਂ ਦੱਸਿਆ, ਜਿਵੇਂ ਪਹਿਲਾਂ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਦੱਸ ਚੁੱਕੇ ਹਾਂ, ਸੰਨ 1999 ਦੇ ਆਸ-ਪਾਸ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਸੀ ਕਿ ਇਸ ਤਰ੍ਹਾਂ ਦੀਵਾਨ ਹਾਲ ਦੇ ਵਿੱਚ ਤੇ ਲੰਗਰ ਹਾਲਾਂ ਦੇ ਵਿੱਚ ਕੁਰਸੀਆਂ ਤੇ ਬੈਠਣ ਦੀ ਪੂਰਨ ਮਨਾਹੀ ਕਰ ਦਿੱਤੀ ਗਈ ਸੀ ਕਿ ਬਿਲਕੁਲ ਇਹ ਕੰਮ ਨਹੀਂ ਕਰਨਾ, ਕੁਰਸੀਆਂ ਵਿੱਚ ਕੁਛ ਨਹੀਂ ਲਾਉਣਾ, ਕਿਸੇ ਉੱਚੀ ਜਗ੍ਹਾ ਤੇ ਬਹਿਣਾ ਨਹੀਂ। ਜਿਹੜਾ ਜੇ ਦੀਵਾਨ ਹਾਲ 'ਚ ਬੈਠੇ ਹੋ ਜਾਂ ਪੰਗਤ ਵਿੱਚ ਲੰਗਰ ਛਕ ਰਹੇ ਹੋ ਤੇ ਥੱਲੇ ਜਿਹੜਾ ਉਹ ਚੌਂਕੜਾ ਮਾਰ ਕੇ ਬੈਠਿਆ ਜਾਵੇ। ਉਸ ਹੁਕਮਨਾਮੇ ਦੇ ਵਿੱਚ ਟਾਰਗੇਟ ਨਹੀਂ, ਮੈਂ ਲਫ਼ਜ਼ ਵਰਤਾਂਗਾ, ਗਲਤੀ ਹੋ ਗਈ ਹੈ, ਬਲਕਿ ਉਹ ਜਿਹੜਾ ਸੀ ਇੱਕ ਇਸ਼ਾਰਾ ਜਿਹੜਾ ਸੀ ਉਹ ਕੈਨੇਡੀਅਨ ਸਿੱਖਾਂ ਨੂੰ ਕੀਤਾ ਗਿਆ ਸੀ। ਬਲਕਿ ਉਦੋਂ ਇਸ ਹੁਕਮਨਾਮੇ ਦੀ ਉਲੰਘਣਾ ਦੇ ਵਿਰੁੱਧ ਕਾਰਵਾਈ ਵਜੋਂ 6 ਕੈਨੇਡੀਅਨ ਸਿੱਖਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ ਕਿ ਉਹਨਾਂ ਨੇ ਗੁਰੂ ਘਰ ਦੇ ਪ੍ਰਬੰਧਕ ਹੋਣ ਦੇ ਨਾਤੇ ਕੈਨੇਡਾ ਦੇ ਵਿੱਚ ਜਗ੍ਹਾ ਤੇ ਉਹਨਾਂ ਨੇ ਕੁਰਸੀਆਂ, ਮੇਜ਼ ਜਾਂ ਇਸ ਤਰ੍ਹਾਂ ਦੇ ਬੈਂਚ ਚੁਕਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਸਗੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ। ਉਹਨਾਂ ਦੇ ਖਿਲਾਫ ਕਾਰਵਾਈ ਹੋਈ ਸੀ। ਫਿਰ ਗੁਰੂ ਘਰਾਂ ਦੇ ਵਿੱਚ ਲੜਾਈਆਂ ਵੀ ਹੋਈਆਂ, ਵਿਦੇਸ਼ਾਂ ਵਿੱਚ ਵੀ ਹੋਈਆਂ ਇਸ ਮਾਮਲੇ ਨੂੰ ਲੈ ਕੇ। ਅੱਜ ਵੀ ਪਹਿਲਾਂ ਵੀ ਦੱਸ ਚੁੱਕੇ ਹਾਂ, ਕੈਨੇਡਾ ਵਿੱਚ ਜੇ ਗੱਲ ਕਰੀਏ ਤਾਂ ਜਿਹੜੇ ਜਿੱਥੇ ਦੇ ਬਾਰੇ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਕਈ ਗੁਰੂ ਘਰ ਦੇ ਵਿੱਚ ਜੋ ਕਈ ਸੰਪਰਦਾਇ ਨਾਲ ਸੰਬੰਧਿਤ ਨੇ, ਉਹਨਾਂ ਵਿੱਚ ਅਜੇ ਵੀ ਮੇਜ਼ ਕੁਰਸੀਆਂ ਲੰਗਰ ਹਾਲ ਦੇ ਵਿੱਚ ਲੱਗੇ ਹੋਏ ਨੇ। ਤੇ ਗੁਰਦੁਆਰਾ ਦੇ ਦੀਵਾਨ ਹਾਲਾਂ ਦੇ ਵਿੱਚ ਬੈਂਚ ਪੱਕੇ ਤੌਰ ਤੇ ਬਣੇ ਜਿਹੜੇ ਉਹ ਵੇਖੇ ਜਾ ਸਕਦੇ ਨੇ, ਤਾਂ ਕਿ ਉੱਥੇ ਅਪਾਹਜ ਜਾਂ ਜਿਹੜੇ ਸਰੀਰਕ ਤੌਰ ਤੇ ਜਿਨ੍ਹਾਂ ਦੀ ਮਜਬੂਰੀ ਹੈ ਕੋਈ, ਉਹ ਉੱਥੇ ਬੈਠ ਸਕਣ। ਉਹ ਕਿਉਂ ਬੈਠਦੇ ਨੇ? 1999 ਦੇ ਵਿੱਚ ਉਹ ਹੁਕਮਨਾਮਾ ਜਾਰੀ ਹੁੰਦਾ ਤੇ 24 ਅਕਤੂਬਰ 2000 ਨੂੰ 1 ਸਾਲ ਬਾਅਦ ਹੀ ਉਸ ਹੁਕਮਨਾਮੇ ਦੇ ਵਿੱਚ ਸੋਧ ਕਰਦੇ ਹੋਏ ਇੱਕ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਵਿੱਚ ਲਿਖਿਆ ਜਾਂਦਾ ਹੈ
ਕਿ ਸਰੀਰਕ ਤੌਰ ਤੇ ਅਪੰਗ ਜਾਂ ਕਿਸੇ ਦੀ ਕੋਈ ਮਜਬੂਰੀ ਹੋਵੇ ਜਾਂ ਕਿਸੇ ਕਾਰਨ ਅਸਮਰੱਥ ਹੋ ਚੁੱਕਾ ਕਿਸੇ ਗੁਰਸਿੱਖ ਸ਼ਰਧਾਲੂ ਨੂੰ ਬਿਠਾਉਣ ਵਾਸਤੇ ਪ੍ਰਬੰਧਕਾਂ ਵੱਲੋਂ ਸਰੀਰਕ ਮਜਬੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਢੁਕਵਾਂ ਤੇ ਯੋਗ ਪ੍ਰਬੰਧ ਕੀਤਾ ਜਾਵੇ। ਇਹ ਇੱਕ ਵੱਖਰਾ ਹੁਕਮਨਾਮਾ ਜਿਹੜਾ ਬਾਅਦ ਵਿੱਚ ਜਾਰੀ ਕੀਤਾ ਗਿਆ। ਹੋਰ ਵੀ ਇਸ ਤੋਂ ਬਾਅਦ ਕੁਝ ਜਿਹੜੀਆਂ ਜਾਣਕਾਰੀਆਂ ਹਨ ਉਹ ਆਈਆਂ, ਪਰ ਇਸ ਬਾਰੇ ਬਹੁਤ ਜ਼ਿਆਦਾ ਡੀਟੇਲਡ ਪ੍ਰਵਾਨਗੀ ਦੀ ਗੱਲ ਜਾਂ ਕੋਈ ਹੋਰ ਜਿਹੜੀ ਹੈ ਨਹੀਂ ਕੀਤੀ ਗਈ, ਕਿਉਂਕਿ ਇੱਕ ਪ੍ਰਬੰਧਕਾਂ ਤੇ ਛੱਡ ਦਿੱਤੀ ਗਈ ਗੱਲ ਕਿ ਭਾਈ ਤੁਸੀਂ ਮੌਕੇ ਤੇ ਮੌਜੂਦ ਗੁਰਸਿੱਖ ਹੋ, ਤੁਸੀਂ ਵੀ ਗੁਰਦੁਆਰਿਆਂ ਦੇ ਪ੍ਰਬੰਧ ਚਲਾ ਰਹੇ ਹੋ, ਤੁਸੀਂ ਫੈਸਲਾ ਕਰੋ ਕਿ ਇੱਥੇ ਕੀ ਠੀਕ ਹੈ ਤੇ ਕੀ ਗਲਤ ਹੈ। ਗੁਰੂ ਸਾਹਿਬ ਦੀ ਜਿਵੇਂ ਪਹਿਲਾਂ ਦੱਸੀ ਗਈ ਸੀ ਕਿ ਜੋ ਜਿਹੜੀ ਜਲੰਧਰ ਦੇ ਗੁਰੂ ਘਰ ਦੀ ਗੱਲ ਆ ਉਸ ਬਾਰੇ ਆਖਿਆ ਗਿਆ ਕਿ ਜਿਹੜੇ ਬੈਂਚ ਜਾਂ ਕੁਰਸੀਆਂ ਜਿਹੜੇ ਲਾਏ ਗਏ ਸੀ ਉਹ ਥੋੜ੍ਹਾ ਜਿਹਾ ਜਿਹੜਾ ਫਰਸ਼ ਹੈ ਜਿੱਥੇ ਸੰਗਤ ਬੈਠਦੀ ਹੈ ਚੌਂਕੜਾ ਮਾਰ ਕੇ ਉਸ ਤੋਂ ਥੋੜ੍ਹਾ ਜਿਹਾ ਨੀਵੀਂ ਜਗ੍ਹਾ 'ਤੇ ਲਾਏ ਗਏ ਸੀ ਤੇ ਸਾਹਮਣੇ ਦੇਖਣ ਦੇ ਵਿੱਚ ਜਿਹੜਾ ਸੀ ਉਹ ਇਸ ਤਰ੍ਹਾਂ ਲੱਗਦਾ ਸੀ ਕਿ ਸੰਗਤ ਦੇ ਸਿਰ ਜਿਹੜੇ ਨੇ ਬਰਾਬਰ ਜਗ੍ਹਾ 'ਤੇ ਨੇ, ਕਿਸੇ ਦਾ ਵੀ ਸਿਰ ਵਿੱਚੋਂ ਉੱਚਾ ਨਹੀਂ ਸੀ। ਇਹ ਦੱਸਿਆ ਗਿਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ। ਪਰ ਹੁਣ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਸਹੀ ਫਿਰ ਕੀ ਤਰੀਕਾ ਹੈ, ਇਹ ਕੌਣ ਫੈਸਲਾ ਕਰੇਗਾ ਕਿ ਆਹ ਜਿਹੜੇ ਬੈਂਚ ਤੇ ਕੁਰਸੀਆਂ ਲੱਗੇ ਹੋਏ ਠੀਕ ਨੇ ਤੇ ਇਸ ਗੁਰੂ ਘਰ ਵਿੱਚ ਲੱਗੇ ਹੋਏ ਜਿਹੜੇ ਨੇ ਉਹ ਗਲਤ ਨੇ ਤੇ ਇਹਨਾਂ ਨੂੰ ਸੈੱਟ ਕੀਤਾ ਜਾਵੇ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਟਿੰਗ ਭਾਵੇਂ ਉਹਨਾਂ ਨੇ ਕਰ ਲਈ ਹੈ, ਪਰ ਇੱਕ ਕਿਸਮ ਦਾ ਆਪਣੇ ਵੱਲੋਂ ਜਿਹੜੀ ਬੌਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੋਰਟ ਦੇ ਵਿੱਚ ਸੁੱਟ ਦਿੱਤੀ ਗਈ ਹੈ। ਹੁਣ ਵੱਡੀ ਗੱਲ ਇਹ ਹੈ ਕਿ ਕੀ ਜਥੇਦਾਰ ਸਾਹਿਬ ਇਸ ਮਾਮਲੇ ਤੇ ਕੋਈ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਿਆਨ ਦੇਣਗੇ ਤਾਂ ਕਿ ਕੋਈ ਟਕਰਾਅ ਵਾਲੀ ਸਥਿਤੀ ਕਿਤੇ ਵੀ ਕਿਸੇ ਗੁਰੂ ਘਰ ਵਿੱਚ ਪੈਦਾ ਨਾ ਹੋਵੇ। ਹੈ ਤਾਂ ਸਾਰੇ ਗੁਰਸਿੱਖ ਨੇ, ਉਹ ਸਾਰੇ ਜਿਹੜੇ ਜਾਂਦੇ ਨੇ ਸ਼ਰਧਾਲੂ ਨੇ, ਸ਼ਰਧਾਵਾਨ ਲੋਕ ਉੱਥੇ ਪਹੁੰਚਦੇ ਨੇ, ਤੇ ਜੇ ਉਹ ਕਿਸੇ ਨਾ ਕਿਸੇ ਤਰੀਕੇ ਕੋਈ ਆਪਸੀ ਟਕਰਾਅ ਪੈਦਾ ਹੁੰਦਾ ਤੇ ਕੱਲ੍ਹ ਨੂੰ ਸਥਿਤੀ ਵਿਗੜ ਵੀ ਸਕਦੀ ਹੈ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਵਉੱਚਤਾ, ਉਸ ਸੀਟ ਦੀ ਸਰਵਉੱਚਤਾ ਕਿੰਨੀ ਹੈ ਸਾਡੇ ਲਈ, ਇਹ ਇਸ ਤੋਂ ਅੰਦਾਜ਼ਾ ਕਿ ਮੈਂ ਛੋਟੀ ਜਿਹੀ ਗੱਲ ਤੋਂ ਮੈਂ ਤੁਹਾਨੂੰ ਦੱਸ ਸਕਦਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਾਲ ਪੈਦਾ ਹੋਇਆ ਟਕਰਾਅ ਤੇ ਉੱਥੇ ਦੇ 2 ਸਾਬਕਾ ਜਥੇਦਾਰਾਂ ਦੇ ਬਾਰੇ ਦਿੱਤੇ ਗਏ ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਨਕਾਰਿਆ ਗਿਆ, ਉਹਨਾਂ ਦੀ ਉਲੰਘਣਾ ਕੀਤੀ ਗਈ। ਇਹ ਹੀ ਨਹੀਂ ਬਲਕਿ ਗਿਆਨੀ ਹਰਪ੍ਰੀਤ ਸਿੰਘ ਦਾ ਪੁਤਲਾ ਬਣਾ ਕੇ ਉਸ ਨੂੰ ਸਾੜਿਆ ਗਿਆ ਤੇ ਭੱਦੇ ਲਫ਼ਜ਼ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਵਰਤੇ ਗਏ, ਪਰਿਵਾਰਕ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਨਹੀਂ ਸੀ ਕਰਨ ਵਾਲੀਆਂ। ਸੋ ਜਦੋਂ ਤੁਸੀਂ ਇੰਨਾ ਦੋ ਫਾੜ ਹੋ ਜਾਂਦੇ ਹਾਂ ਅਸੀਂ, ਤੇ ਫਿਰ ਜਿਹੜੀ ਹੈ ਉਹ ਗੱਲ ਜਿਹੜੀ ਹੈ ਚੰਗੀ ਨਹੀਂ ਹੁੰਦੀ। ਭਾਈ ਰਣਜੀਤ ਸਿੰਘ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਵੇਂ ਉਹ ਵੀ ਬਹੁਤ ਤਿੱਖੀ ਬੋਲੀ ਬੋਲਦੇ ਨੇ, ਪਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ 2 ਸਾਬਕਾ ਜਥੇਦਾਰਾਂ ਵੱਲੋਂ ਵਰਤੀ ਗਈ ਇਹੋ ਜਿਹੀ ਸ਼ਬਦਾਵਲੀ ਤੇ ਉਹ ਵੀ ਖਫਾ ਹੋਏ ਨੇ। ਉਹ ਕਹਿੰਦੇ ਨੇ ਕਿ ਮਤਭੇਦ ਸਾਡੇ 100 ਹੋਣਗੇ, ਪਰ ਇਹ ਇਸ ਤਰ੍ਹਾਂ ਦਾ ਕਿਸੇ ਦਾ ਇਸ ਤਰ੍ਹਾਂ ਦਾ ਵਿਹਾਰ ਕਰਨਾ ਤੇ ਇਸ ਤਰ੍ਹਾਂ ਦੀ ਬੋਲੀ ਬੋਲਣਾ ਕਿਸੇ ਪਾਸਿਓਂ ਵੀ ਜਾਇਜ਼ ਨਹੀਂ ਹੈ। ਸੋ ਅਸੀਂ ਵੀ ਅੱਜ ਫਿਰ ਇੱਕ ਵਾਰੀ ਬੇਨਤੀ ਕਰ ਦਿੰਦੇ ਹਾਂ ਕਿ ਇਹ ਜੋ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਤੇ ਉਹਨਾਂ ਦੇ ਸਮਰਥਕਾਂ ਨੇ ਇਹ ਜਿਹੜਾ ਕੰਮ ਕੀਤਾ, ਸ਼੍ਰੋਮਣੀ ਕਮੇਟੀ ਉਸ ਮਾਮਲੇ ਦੇ ਵਿੱਚ ਥੋੜ੍ਹਾ ਜਿਹਾ ਉੱਠੀ ਹੈ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਰ ਜੋੜ ਕੇ ਬੈਠ ਕੇ ਕੋਈ ਸੋਲਿਡ ਹੱਲ ਜਿਹੜਾ ਹੈ ਤੇ ਪੱਕੀਆਂ ਗਾਈਡਲਾਈਨਸ ਤੇ ਨਿਯਮ ਜਿਹੜੇ ਨੇ ਗੁਰਦੁਆਰਾ ਸਾਹਿਬ ਨੂੰ ਸਾਰੀ ਦੁਨੀਆ ਦੇ ਵਿੱਚ ਵਾਸਤੇ ਸਿੱਖਾਂ ਵਾਸਤੇ ਉਹ ਜਾਰੀ ਕੀਤੇ ਜਾਣ। ਜੀ ਕੁਲਦੀਪ ਜੀ, ਅਗਲੀ ਖਬਰ ਤੇ ਚਰਚਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਵਿਚਾਰ ਚਰਚਾ। ਕੁਲਦੀਪ ਜੀ, ਅਗਲੀ ਖਬਰ ਦੀ ਗੱਲ ਕਰਦੇ ਹਾਂ। ਕਿਸਾਨਾਂ ਨੂੰ ਲੈ ਕੇ ਅਗਲੀ ਖਬਰ ਹੈ। ਕਿਸਾਨਾਂ ਨੂੰ ਲੈ ਕੇ ਇਹ ਖਬਰ ਆ ਰਹੀ ਹੈ ਕਿ ਕਿਸਾਨਾਂ ਦੇ ਜਿਹੜੇ ਕੇਸ ਨੇ ਉਹ ਵਾਪਸ ਹੋਣ ਦੀ ਆਸ਼ਾ ਜਤਾਈ ਜਾ ਰਹੀ ਹੈ। ਉਹ ਕਿਹੜੇ ਕੇਸ ਨੇ? ਦਵਿੰਦਰ, ਗੱਲ ਇਸ ਤਰ੍ਹਾਂ ਹੈ ਕਿ ਤੁਹਾਨੂੰ ਪਤਾ ਹੈ, ਤੁਸੀਂ ਵਿੱਚ ਰਹਿ ਕੇ ਕਿਸਾਨ ਅੰਦੋਲਨ ਨੂੰ ਦੇਖਿਆ, ਚੰਗੀ ਤਰ੍ਹਾਂ ਨੇੜਿਓਂ ਵੇਖਿਆ ਜੀ, ਕੀ ਕਿਵੇਂ ਹੋਇਆ, ਕਿਵੇਂ ਉਹ ਸੰਘਰਸ਼ ਦਾ ਦੌਰ ਸੀ। 1 ਸਾਲ ਦਿੱਲੀ ਦੇ ਬਾਰਡਰਾਂ ਤੇ ਕਿਵੇਂ ਗੁਜ਼ਰਿਆ, ਤੁਹਾਨੂੰ ਸਾਰਾ ਕੁਝ ਪਤਾ ਜੀ। ਨਵੰਬਰ 2020 ਦੇ ਵਿੱਚ ਅੰਦੋਲਨ ਸ਼ੁਰੂ ਹੁੰਦਾ ਹੈ ਤੇ ਨਵੰਬਰ 2021 ਦੇ ਵਿੱਚ ਆ ਕੇ ਖਤਮ ਹੁੰਦਾ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਨਰਿੰਦਰ ਮੋਦੀ ਐਲਾਨ ਕਰਦੇ ਨੇ ਕਿ ਅਸੀਂ ਖੇਤੀ ਕਾਨੂੰਨ ਜਿਹੜੇ ਬਣਾਏ ਸੀ ਉਹਨਾਂ ਨੂੰ ਵਾਪਸ ਲੈਂਦੇ ਹਾਂ, ਰਿਪੀਲ ਕਰ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜੇ ਕਿਸਾਨ ਜਿਨ੍ਹਾਂ ਦੇ ਬਾਰੇ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਆ ਜਾਣ ਵਾਪਸ ਛੇਤੀ ਬਾਰਡਰਾਂ ਤੋਂ, ਕਿਸਾਨ ਕਹਿੰਦੇ ਨਹੀਂ, ਸਾਨੂੰ ਲਿਖ ਕੇ ਦਿਓ ਭਰੋਸਾ ਤੇ ਸਾਡੇ ਕੇਸ ਵਾਪਸ ਲਓ ਜਿਹੜੇ ਸਾਡੇ ਤੇ ਦਰਜ ਹੋਏ ਨੇ। ਕੁਝ ਦਿਨ ਲੱਗੇ, ਕਿਸਾਨ ਵਾਪਸ ਆਏ, ਪਰ ਕੇਸ ਵਾਪਸ ਹੋਣ ਦੇ ਵਿੱਚ ਦੇਰੀ ਲੱਗੀ ਰਹੀ। ਵਾਅਦੇ ਸਰਕਾਰ ਨੇ ਕਿਹੜੇ ਕੀਤੇ ਸੀ ਅੰਦਰ ਖਾਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ, ਉਹ ਤੇ ਉਹ ਆਗੂ ਜਾਣਦੇ ਹੋਣਗੇ ਜਾਂ ਸਰਕਾਰ ਜਾਣਦੀ ਹੈ ਜੀ। ਪਰ ਹੁਣ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਰਾਜ ਸਭਾ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਹਿ ਦਿੱਤਾ ਕਿ 86 ਕੇਸ ਜਿਹੜੇ ਨੇ ਕਿਸਾਨਾਂ ਤੇ
ਉਹ ਵਾਪਸ ਕੀਤੇ ਜਾਣਗੇ ਜਾਂ ਹੋ ਗਏ ਨੇ। ਜੀ। ਇਹਦੇ ਬਾਰੇ ਨਹੀਂ, ਪਰ ਉਹ ਸਮਝੋ ਜੇ ਅੱਜ ਐਲਾਨ ਕਰਤਾ ਤੇ ਚਲੋ ਕੁਝ ਦਿਨਾਂ 'ਚ ਹੋ ਜਾਣਗੇ। ਉਹ 86 ਕੇਸ ਕਿਹੜੇ ਨੇ? ਕੀ ਦਿੱਲੀ ਦੇ ਬਾਰਡਰ ਤੇ ਜੋ ਕੁਛ ਜੇ ਕੋਈ ਘਟਨਾ ਹੋਈ ਹੈ ਤੇ ਉਹਦੇ ਨਾਲ ਸੰਬੰਧਿਤ ਨੇ, ਜਾਂ ਜਿਹੜੇ ਲਾਲ ਕਿਲ੍ਹੇ ਦੇ ਉੱਪਰ ਜਿਹੜੇ ਲੋਕਾਂ ਦੇ ਉੱਪਰ ਕੇਸ, ਲਾਲ ਕਿਲ੍ਹੇ ਵਾਲੇ ਕੇਸ ਪਏ ਸੀ ਹਿੰਸਾ ਦੇ, ਜਾਂ ਉੱਥੇ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕਾਰਵਾਈ ਸੀ, ਤੇ ਉਹ ਕੇਸ ਵਾਪਸ ਹੋਣਗੇ ਜਾਂ ਕੋਈ ਹੋਰ ਨੇ? ਮੈਂ ਜੋ ਜਿੰਨੀ ਜਾਣਕਾਰੀ ਮੈਂ ਇਕੱਤਰ ਕਰਨ ਦੀ ਕੋਸ਼ਿਸ਼ ਇਸ ਮਾਮਲੇ 'ਚ ਕੀਤੀ ਹੈ, ਉਹਨਾਂ ਮੁਤਾਬਕ ਇਹਨਾਂ ਵਿੱਚੋਂ ਕੋਈ ਵੀ ਕੇਸ ਨਹੀਂ ਵਾਪਸ ਹੋਣ ਵਾਲਾ ਅਜੇ ਤੱਕ, ਹੂੰ। ਕਿਉਂਕਿ ਲਾਲ ਕਿਲ੍ਹੇ ਵਾਲੇ ਕੇਸ 86 ਨਹੀਂ, ਬਹੁਤ ਜ਼ਿਆਦਾ ਨੇ। ਜੀ। ਅਜੇ ਵੀ ਉਹਨਾਂ ਵਿੱਚੋਂ ਜੇ ਮੈਂ ਗਲਤ ਨਹੀਂ ਤਾਂ ਲੱਖਾ ਸਿਧਾਣਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਤੇ ਉਹਨਾਂ ਦੇ ਸਿਰ ਤੇ ਇਨਾਮ ਵੀ ਰੱਖਿਆ ਗਿਆ, ਜਦਕਿ ਉਹ ਘੁੰਮ ਰਹੇ ਨੇ। ਹੁਣ ਚੱਲਦੇ ਹਾਂ ਅੱਗੇ ਵੀ ਇਹ ਫਿਰ ਕਿਹੜੇ ਕੇਸ ਨੇ? ਇਹ ਅਸਲ ਵਿੱਚ ਜਿਹੜੇ ਕੇਸ ਨੇ, ਇਹ ਜਿਹੜੀ ਰੇਲਵੇ ਫੋਰਸ ਹੁੰਦੀ ਹੈ, ਉਹਨਾਂ ਦੇ ਕੇਸ ਨੇ ਕਿ ਆਮ ਤੌਰ ਤੇ ਰੇਲ ਲਾਈਨਾਂ ਦੇ ਟਰੈਕ ਡੱਕਣੇ, ਰੇਲਾਂ ਦੀ ਆਵਾਜਾਈ ਦੇ ਵਿੱਚ ਵਿਘਨ ਪਾਉਣਾ, ਇਸ ਨੂੰ ਕਾਫੀ ਵੱਡਾ ਜੁਰਮ ਮੰਨਿਆ ਜਾਂਦਾ ਹੈ। ਰੇਲਵੇਜ਼ ਦੇ ਕਾਨੂੰਨ ਵੱਖਰੇ ਨੇ। ਇਹ ਵੀ ਦੱਸਿਆ ਜਾਂਦਾ ਹੈ ਕਿ ਕੇਸ ਭੁਗਤਣ ਵਾਸਤੇ ਦੂਰ ਦੁਰਾਡੇ ਭੇਜਿਆ ਜਾਂਦਾ। ਪੰਜਾਬ ਦੇ ਚਾਹੇ ਕਿਸੇ ਹਿੱਸੇ ਵਿੱਚ ਹੋਇਆ ਹੋਵੇ, ਕਈ ਵਾਰੀ ਉਹਨਾਂ ਨੂੰ ਕੇਸ ਭੁਗਤਣ ਫਿਰੋਜ਼ਪੁਰ ਤੱਕ ਜਾਣਾ ਪੈਂਦਾ। ਸੋ ਇਹ ਕੇਸ ਜਿਹੜੇ ਨੇ, ਇਹ ਕਾਨੂੰਨ, ਇਹ ਜਿਹੜੇ 86 ਕੇਸ ਨੇ ਰੇਲਵੇ ਵਾਲੇ, ਇਹਨਾਂ ਦੇ ਬਾਰੇ ਦੱਸਿਆ ਗਿਆ ਕਿ ਇਹ ਵਾਪਸ ਹੋਏ ਨੇ। ਹੁਣ ਇਹ ਕੇਸ ਵਾਪਸ ਹੋਣ ਤੋਂ ਦੇ ਨਾਲ ਕੀ ਫਾਇਦਾ ਹੋਵੇਗਾ ਤੇ ਕਿਹਨੂੰ ਹੋਵੇਗਾ? ਇਹ ਰੇਲਵੇ ਪ੍ਰੋਟੈਕਸ਼ਨ ਫੋਰਸ ਜਿਹੜੀ RPF ਆ, ਇਹ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਖੇਤੀਬਾੜੀ ਮੰਤਰੀ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਦਿੱਤੀ ਹੈ ਕਿ ਇਹ 86 ਕੇਸ ਜਿਹੜੇ ਨੇ ਵਾਪਸ ਹੋਣਗੇ। ਜੀ। ਬਾਕੀ ਕੁਝ ਸੂਬਿਆਂ ਦੇ ਵਿੱਚ ਕੇਸ ਦਰਜ ਹੋਏ ਨੇ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ, ਹੋ ਸਕਦਾ ਇੱਥੇ ਕੋਈ ਕੇਸ ਹੋਵੇ ਜਾਂ ਨਾ ਹੋਵੇ, ਜਾਂ ਉਸ ਤੋਂ ਪਹਿਲੇ ਕੋਈ ਕੇਸ ਦਰਜ ਹੋਣ। ਸਰਕਾਰਾਂ ਦੇ ਕੇਸ ਜਿਹੜੇ ਨੇ, ਸੂਬਾ ਸਰਕਾਰਾਂ ਦੇ, ਉਹ ਵੀ ਵਾਪਸ ਲੈਣ ਦੀ ਚਾਰਾਜੋਈ ਹੋ ਰਹੀ ਹੈ। ਦਿੱਲੀ ਪੁਲਿਸ ਦੇ ਵੀ ਕੇਸ ਹੋਣਗੇ, ਉਹ ਵਾਪਸ ਅਲੱਗ ਹੋਣਗੇ, ਪਰ ਇਹ ਜਿਹੜੇ ਨੇ ਰੇਲਵੇ ਵਾਲੇ, ਇਹ ਅਜੇ ਇਹਨਾਂ ਦੀ ਗੱਲ ਹੋਈ ਹੈ। ਹੁਣ ਉਹ ਯੂਪੀ ਦੇ ਵਿੱਚ ਕਿੰਨੇ ਕੇਸ ਦਰਜ ਹੋਏ ਨੇ, ਹਰਿਆਣੇ 'ਚ ਕਿੰਨੇ ਹੋਏ ਨੇ, ਦਿੱਲੀ 'ਚ ਕਿੰਨੇ ਹੋਏ ਨੇ, ਇਹਨਾਂ ਸਾਰਿਆਂ ਦੀ ਅਜੇ ਤੱਕ ਮੋਟੀ ਜਿਹੀ ਜਾਣਕਾਰੀ ਕਿ ਹਰਿਆਣੇ ਦੇ ਕੁਝ ਕੇਸ ਜਿਹੜੇ ਨੇ ਵਾਪਸ ਲੈਣ ਵਾਸਤੇ ਹਰਿਆਣਾ ਸਰਕਾਰ ਨੇ ਪ੍ਰਪੋਜ਼ਲ ਜਿਹੜਾ ਆਪਣੇ ਵੱਲੋਂ ਪਾਸ ਕਰਕੇ ਕੇਂਦਰ ਦੀ ਹੋਮ ਮਿਨਿਸਟਰੀ ਨੂੰ ਭੇਜਿਆ ਹੋਇਆ, ਜੋ ਅਜੇ ਤੱਕ ਅਪਰੂਵਲ ਦੇ ਅਧੀਨ ਹੈ। ਸੋ ਕੇਸ ਲਮਕ ਰਹੇ ਨੇ ਅਜੇ ਜ਼ਿਆਦਾ, ਤੇ ਕੇਸ ਵਾਪਸ ਨਹੀਂ ਹੋ ਰਿਹਾ। ਪਰ ਸੰਯੁਕਤ ਕਿਸਾਨ ਮੋਰਚੇ ਨੇ, ਜਿਨ੍ਹਾਂ ਦੇ ਵਿੱਚੋਂ ਹਰਿਆਣਾ, ਮੱਧ ਪ੍ਰਦੇਸ਼ ਤੋਂ ਵੀ ਸਨ, ਉੱਤਰ ਪ੍ਰਦੇਸ਼ ਤੋਂ ਵੀ ਸਨ, ਉੱਤਰਾਖੰਡ ਤੋਂ, ਹਿਮਾਚਲ ਤੋਂ ਵੀ ਸੀ, ਸਾਰੀਆਂ ਸਰਕਾਰਾਂ ਨੂੰ ਇਹ ਕਿਹਾ ਹੋਇਆ ਸੀ, ਉਦੋਂ ਗੱਲ ਹੋਈ ਸੀ ਕਿ ਤੁਸੀਂ ਕੇਸ ਸਾਡੇ ਤੇ ਜਿੰਨੇ ਬਣੇ ਹੋਏ ਨੇ ਉਹ ਵਾਪਸ ਲਓਗੇ। ਹਰਿਆਣੇ ਦੇ ਵਿੱਚ 294 ਕੇਸ ਦੱਸੇ ਜਾਂਦੇ ਨੇ, ਜਿਨ੍ਹਾਂ ਵਿੱਚ 163 ਜਿਹੜੇ ਨੇ ਸੂਬਾ ਸਰਕਾਰ ਨੇ ਵਾਪਸ ਲੈ ਲਏ ਨੇ, ਤੇ ਉਹਨਾਂ ਦੀ ਮਨਜ਼ੂਰੀ ਵਗੈਰਾ ਅਜੇ ਮਿਲਣੀ ਹੈ, ਤੇ 98 ਕੇਸਿਸ ਦੀ ਮਨਜ਼ੂਰੀ ਜਿਹੜੀ ਹੈ ਕੇਂਦਰ ਤੋਂ ਅਜੇ ਮਿਲਣ ਵਾਲੀ ਹੈ। ਹੁਣ ਹੋਮ ਮਿਨਿਸਟਰੀ ਨੇ ਜਿਹੜੀ ਅਪਰੂਵਲ ਹੈ, ਉਹ ਕੁਝ ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ, ਜਿਨ੍ਹਾਂ ਵਿੱਚ ਚੰਡੀਗੜ੍ਹ ਤੇ ਦਿੱਲੀ ਆਉਂਦੇ ਨੇ ਬੇਸਿਕਲੀ, ਉਹਨਾਂ ਦੇ ਕੇਸਿਸ ਬਾਰੇ ਅਜੇ ਤੱਕ ਚੁੱਪਤਾ ਰੱਖੀ ਹੈ। ਕਿਸਾਨ ਕਾਫੀ ਸਮੇਂ ਤੋਂ ਰੌਲਾ ਪਾ ਰਹੇ ਨੇ, ਜਿਹੜੇ ਤੁਸੀਂ ਜਾਣਦੇ ਹੋ ਮੰਡ ਜੀ, ਕਿ ਜਦੋਂ ਜਦੋਂ ਕਿਸਾਨ ਅੰਦੋਲਨ ਵਾਪਸ ਆਉਂਦਾ ਤੇ ਲਖੀਮਪੁਰ ਖੀਰੀ ਵਾਲੀ ਘਟਨਾ ਵਾਲੇ ਕੇਸ ਦੇ ਬਾਰੇ ਵੀ ਅਜੇ ਕਿਸਾਨ ਜਿਹੜੇ ਨੇ ਔਖੇ ਨੇ। ਉਸ ਵਿੱਚ ਢਿੱਲੀ ਕਾਰਵਾਈ ਤੇ ਉਸ ਵਿੱਚ ਜਿਹੜਾ ਛੇਤੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਉਸ ਬਾਰੇ ਵੀ ਕਿਸਾਨ ਆਵਾਜ਼ ਉਠਾ ਰਹੇ ਨੇ। ਤੇ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਹੈ ਕੁਝ ਮੁੱਦਿਆਂ ਤੇ ਸਰਕਾਰ ਦੇ ਖਿਲਾਫ ਜਿਹੜਾ ਟੋਲ ਪਲਾਜ਼ੇ ਫੇਰ ਬੰਦ ਕਰ ਦਿੱਤੇ ਗਏ ਨੇ। ਹੁਣ ਇਹ ਜਿਹੜੇ ਕੇਸ ਵਾਪਸ ਹੋਏ ਨੇ, ਇਹਨਾਂ ਨਾਲ ਕੀ ਰਾਹਤ ਮਿਲੇਗੀ, ਤੇ ਰੇਲਵੇ ਵਾਲੇ ਕੇਸ ਕੀ ਸਮੁੱਚੇ ਤੌਰ ਤੇ ਵਾਪਸ ਹੋਣਗੇ ਜਾਂ ਕਿਸੇ ਤਰੀਕੇ ਨਾਲ ਵਾਪਸ ਹੋਣਗੇ, ਤੇ ਜਾਂ ਬਾਕੀ ਕੇਸਾਂ ਦਾ ਕੀ ਬਣੇਗਾ, ਤੇ ਲਾਲ ਕਿਲ੍ਹੇ ਵਾਲਿਆਂ ਦਾ ਕੀ ਬਣੇਗਾ, ਇਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਜੀ ਕੁਲਦੀਪ ਜੀ, ਅਗਲੀ ਖਬਰ ਦੀ ਗੱਲ ਕਰਦੇ ਹਾਂ। ਅਗਲੀ ਖਬਰ ਸੁਖਬੀਰ ਬਾਦਲ ਜੀ ਨੂੰ ਲੈ ਕੇ ਆ। ਸੁਖਬੀਰ ਬਾਦਲ ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਤੇ ਵਰੇ ਸਨ, ਪਰ ਅੱਜ ਖਬਰ ਆ ਰਹੀ ਹੈ ਕਿ ਸੁਖਬੀਰ ਬਾਦਲ ਭਗਵੰਤ ਮਾਨ ਤੇ ਵਰੇ ਨੇ। ਪੂਰੀ ਖਬਰ ਕੀ ਹੈ? ਅਸਲ ਵਿੱਚ ਦਵਿੰਦਰ ਜੀ, ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਤੇ ਦੁਨੀਆ ਦੇ ਹੋਰ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਕਿਸੇ ਨੂੰ ਕਿਡਨੈਪ ਕਰਕੇ, ਐਕਸਟੋਰਸ਼ਨ ਕਰਕੇ ਜਿਹੜੀ ਹੈ ਪੈਸੇ ਮੰਗਣ ਦਾ ਕੰਮ, ਇਸ ਦਾ ਚੱਲਣ ਕਾਫੀ ਵਧਿਆ ਹੋਇਆ। ਮੈਨੂੰ ਯਾਦ ਹੈ ਹੁਸ਼ਿਆਰਪੁਰ ਦੇ ਇੱਕ ਬੱਚੇ ਦਾ ਕਈ ਸਾਲ ਪਹਿਲਾਂ ਕਤਲ ਹੋ ਗਿਆ ਸੀ, ਅਭੀ ਵਰਮਾ ਦਾ। ਉਸਨੂੰ ਕਿਡਨੈਪ ਕਰ ਲਿਆ ਤੇ ਅਗਵਾ ਕਰਕੇ ਉਸਨੂੰ ਭੈੜੇ ਹਾਲਾਤਾਂ ਵਿੱਚ ਰੱਖਿਆ ਗਿਆ, ਜਿੱਥੇ ਉਸਦੀ ਮੌਤ ਹੋ ਗਈ, ਤੇ ਮਾਪਿਆਂ ਕੋਲੋਂ ਪੈਸੇ ਮੰਗੇ ਗਏ। ਉਸ ਕੇਸ ਦੇ ਵਿੱਚ ਜਿਹੜਾ ਕਪਲ, ਇੱਕ ਜਿਹੜਾ ਸੀ ਹਸਬੈਂਡ ਵਾਈਫ, ਜਿਹੜੇ ਫੜੇ ਗਏ ਸੀ, ਉਹਨਾਂ ਨੂੰ ਸਜ਼ਾ, ਫਾਂਸੀ ਦੀ ਸਜ਼ਾ ਹੋਈ ਲੋਅਰ ਕੋਰਟ ਵੱਲੋਂ। ਅਜੇ ਕੇਸ ਚੱਲ ਰਿਹਾ ਉਹਨਾਂ ਦਾ ਅੱਗੇ, ਪਰ ਹੈਰਾਨੀਜਨਕ ਮੰਗ ਉਹਨਾਂ ਵੱਲੋਂ ਕੀਤੀ ਗਈ ਸੀ, ਅਦਾਲਤ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਕਿ ਸਾਨੂੰ ਜੇਲ੍ਹ ਦੇ ਵਿੱਚ ਬੱਚਾ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਹਸਬੈਂਡ ਵਾਈਫ ਹਾਂ। ਤੇ ਉਹ ਨਾ ਕਰ ਦਿੱਤੀ ਸੀ ਅਦਾਲਤ ਨੇ,
ਤੇ ਬੜੇ ਲੋਕ ਹੈਰਾਨ ਹੋਏ ਸੀ ਕਿ ਇੱਕ ਪਾਸੇ ਤੁਸੀਂ ਲੋਕਾਂ ਦਾ ਬੱਚਾ ਖੋਹ ਲਿਆ, ਦੂਸਰੇ ਪਾਸੇ ਤੁਸੀਂ ਆਹ ਮੰਗ ਕਰ ਰਹੇ ਹੋ। ਉਸ ਤੋਂ ਬਾਅਦ ਵੀ ਕਈ ਘਟਨਾਵਾਂ ਹੋਈਆਂ ਇਸ ਤਰ੍ਹਾਂ ਫਰੌਤੀ ਅਗਵਾ ਦੀਆਂ ਘਟਨਾਵਾਂ। ਇਹ ਪੰਜਾਬ ਦੇ ਵਿੱਚ ਨਹੀਂ, ਪੂਰੇ ਭਾਰਤ ਦੇ ਵਿੱਚ ਨੇ। ਤੁਸੀਂ ਕ੍ਰਾਈਮ ਦੇ ਜਿਹੜੇ ਚੈਨਲ, ਜਿਹੜੇ ਕ੍ਰਾਈਮ ਦੀਆਂ ਸਟੋਰੀਜ਼ ਤੇ ਬੇਸਿਸ ਇਸ ਤਰ੍ਹਾਂ ਦੀਆਂ ਸਟੋਰੀਜ਼ ਕਰਦੇ ਨੇ, ਤੁਸੀਂ ਪੜ੍ਹ ਲਓ। ਇਸ ਤਰ੍ਹਾਂ ਦੀਆਂ ਰੋਜ਼ ਘਟਨਾਵਾਂ ਹੋ ਰਹੀਆਂ ਨੇ, ਹਰ ਜਗ੍ਹਾ ਹੋ ਰਹੀਆਂ ਨੇ। ਜੀ ਪੰਜਾਬ ਦੇ ਵਿੱਚ ਗਿੱਦੜਬਾਹਾ ਦੇ ਪਿੰਡ ਕੋਟ ਭਾਈ ਦੇ 20 ਸਾਲਾ ਹਰਮਨਦੀਪ ਦਾ ਫਰੌਤੀ ਲੈਣ ਬਦਲੇ ਕਤਲ ਹੋ ਗਿਆ। ਬੜੀ ਮੰਦਭਾਗੀ ਗੱਲ ਹੈ। ਕਿਸੇ ਮਾਪਿਆਂ ਦਾ ਬੱਚਾ ਔਰ 20 ਸਾਲ ਉਮਰ ਕੀ ਹੁੰਦੀ ਹੈ। ਔਰ ਅੱਜ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ 10 ਦਿਨ ਹੋ ਚੁੱਕੇ ਨੇ ਉਸ ਨੂੰ ਮਾਰ ਕੇ ਉਸ ਨੂੰ ਟੋਏ ਦੇ ਵਿੱਚ ਦੱਬ ਦਿੱਤਾ ਗਿਆ। ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਜਿਗਰਾ ਔਰ ਇਹ ਨਸ਼ਿਆਂ ਦਾ ਪਸਾਰਾ ਔਰ ਇੰਨਾ ਜ਼ਿਆਦਾ ਵੱਡੀ ਕਾਰਵਾਈ ਕਰਨ ਲੱਗਣਾ, ਤੁਹਾਡਾ ਦਿਲ ਵੀ ਨਾ ਕੰਬਣਾ। ਜੀ ਬਹੁਤ ਚੀਜ਼ਾਂ ਵੱਲ ਇਸ਼ਾਰਾ ਕਰਦਾ ਕਿ ਸਮਾਜਿਕ ਗਿਰਾਵਟ ਕਿਸ ਪੱਧਰ ਤੇ ਜਾ ਰਹੀ ਹੈ। ਇਹ ਅੱਜ ਦਾ ਚੱਲਣ ਨਹੀਂ ਕਿ ਇਹ ਕਦੋਂ ਤੋਂ ਹੋ ਰਿਹਾ। ਇਸ ਦਾ ਤੁਸੀਂ ਇਤਿਹਾਸ ਵਿੱਚ ਜਾਣ ਲੱਗੋ ਤੇ ਜਿਹੜੇ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਸਮਾਂ, ਉਸ ਤੋਂ ਬਾਅਦ ਵਾਲੇ ਸਾਲ ਗਿਣ ਲਓ ਤੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ 1992 ਤੋਂ ਬਾਅਦ ਜੇ ਲਾ ਲਓ ਤਾਂ 2022 30 ਸਾਲ ਹੋ ਗਏ ਨੇ। 30 ਵਿੱਚੋਂ 15 ਸਾਲ ਕਾਂਗਰਸ, 15 ਸਾਲ ਜਿਹੜੀ ਆ ਉਹ ਅਕਾਲੀ ਰਾਜ ਰਿਹਾ। ਤੇ ਇਸ ਸਮੇਂ ਦੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਮੇਰੇ ਖਿਆਲ ਗਿਣਤੀ ਵੀ ਨਹੀਂ ਹੋਣੀ ਸਾਡੇ ਕੋਲ। ਪਰ ਸਮਹਾਉ ਸੁਖਬੀਰ ਬਾਦਲ ਹੁਣਾਂ ਨੂੰ ਹੁਣ ਲੱਗਦਾ ਹੈ ਕਿ ਇਹ ਜਿਹੜੀਆਂ ਘਟਨਾਵਾਂ ਨੇ ਨਾ, ਇਹ ਭਗਵੰਤ ਮਾਨ ਦੇ ਰਾਜ ਦੇ ਵਿੱਚ ਹੀ ਵੱਧ ਗਈਆਂ ਨੇ। ਜਦੋਂ ਕਿਤੇ ਜਾਂਦੇ ਨੇ ਤੇ ਉਹ ਇੱਕ ਘਟਨਾ ਦੇ ਬਾਰੇ ਗੱਲ ਕਰਨ ਜਾਂਦੇ ਨੇ, ਫਿਰ ਉਸ ਦੇ ਨਾਲ ਦੂਸਰੀ, ਤੀਸਰੀ, ਚੌਥੀ, ਪੰਜਵੀਂ ਸਾਰਾ ਕੁਝ ਜੋੜ ਕੇ ਇੱਕ ਸ਼ਿਕੰਜਵੀ ਜਿਹੀ ਬਣਾ ਕੇ ਜਦੋਂ ਪੇਸ਼ ਕਰਦੇ ਨੇ ਤੇ ਉਹ ਸ਼ਿਕੰਜਵੀ ਦਾ ਜਿਹੜਾ ਅਰਕ ਹੈ ਉਹ ਇਹ ਹੁੰਦਾ ਹੈ ਕਿ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਸਰਕਾਰ ਇਹ ਫੇਲ ਹੋ ਚੁੱਕੀ ਹੈ। ਜੀ ਜਦ ਕਿ ਕ੍ਰਾਈਮ, ਪੁਲਿਸਿੰਗ, ਕਾਨੂੰਨ ਸਾਰਾ ਕੁਝ ਜਿਹੜਾ ਹੈ ਬਰਾਬਰ ਚੱਲਦਾ ਹੈ। ਜੇ ਇਸ ਤਰ੍ਹਾਂ ਹੀ ਬਹੁਤ ਵੱਡੇ ਪੱਧਰ ਤੇ ਸ਼ਾਂਤੀ ਹੋਵੇ ਤੇ ਫਿਰ ਸਾਨੂੰ ਇਹ ਸਾਰਾ ਕੁਝ ਰੱਖਣ ਦੀ ਲੋੜ ਕੀ ਹੈ। ਫਿਰ ਗੱਲ ਇਹ ਹੈ ਕਿ ਜਨਾਬ ਹੋਰਾਂ ਦੇ ਪਾਰਟੀ ਨੇ ਇੰਨਾ ਲੰਬਾ ਸਮਾਂ ਪੰਜਾਬ ਤੇ ਰਾਜ ਕੀਤਾ ਹੈ। ਕਿਹੜੀ ਲੈਗੇਸੀ, ਕਿਹੜੀ ਵਿਰਾਸਤ ਛੱਡ ਕੇ ਗਏ ਨੇ ਪੰਜਾਬ ਦੇ ਕਾਨੂੰਨ ਵਾਸਤੇ, ਪੰਜਾਬ ਦੇ ਅਮਨ ਕਾਨੂੰਨ ਵਾਸਤੇ, ਨਿਯਮਾਂ ਵਾਸਤੇ, ਯੂਥ ਵਾਸਤੇ, ਇੰਪਲੋਇਮੈਂਟ ਵਾਸਤੇ, ਨਸ਼ਿਆਂ ਦੇ ਮਾਮਲੇ ਵਿੱਚ ਕੀ ਕੀਤਾ। ਤੇ ਉਹ ਜਿਹੜੀ ਲੈਗੇਸੀ, ਉਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੁਹਾਡੀ। ਜਿਹੜਾ ਕੇਸ ਦੀ ਮੈਂ ਪਹਿਲਾਂ ਸ਼ੁਰੂ 'ਚ ਗੱਲ ਸੁਣਾਈ ਹੈ, ਉਹ ਕਿਹਦੇ ਰਾਜ ਦੇ ਵਿੱਚ ਵਾਪਰਿਆ ਸੀ। ਇਸ ਤਰ੍ਹਾਂ ਅੱਜ ਦੀ ਵੀ ਅਸੀਂ ਗੱਲ ਕਰ ਰਹੀ ਹਾਂ ਤਾਂ ਕੈਨੇਡਾ ਦੀ ਧਰਤੀ ਤੇ ਕੱਲ੍ਹ ਜਿਹੜੀ ਹੈ ਉਹ 25 ਕੁਇੰਟਲ ਅਫੀਮ ਫੜੀ ਗਈ ਹੈ ਇੱਕ ਪੋਰਟ ਤੋਂ, ਬੰਦਰਗਾਹ ਤੋਂ। ਜ਼ਾਹਿਰਾ ਤੌਰ 'ਤੇ ਉਸ ਵਿੱਚ ਪੰਜਾਬੀ ਫਸਣਗੇ। ਇੱਕ ਹੋਰ ਇਸ ਤਰ੍ਹਾਂ ਜੋੜੇ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ 3 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਘੇਰਿਆ ਗਿਆ, ਉਹਨਾਂ ਨੂੰ ਕਾਨੂੰਨ ਦੀ ਗ੍ਰਿਫਤ ਵਿੱਚ ਲਿਆ ਗਿਆ ਐਬਸਫੋਰਡ ਸ਼ਹਿਰ ਦੇ ਵਿੱਚ। ਹੁਣ ਜੇ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਸਰਕਾਰ ਦੀ ਨਾਕਾਮੀ ਨਾਲ ਅਸੀਂ ਜੋੜ ਦਈਏ, ਬਜਾਏ ਇਸ ਦੇ ਕਿ ਅਸੀਂ ਕੋਈ ਹਮਾਇਤ ਕਰੀਏ, ਇਹ ਕਹਿਣਾ ਕਿ ਸੁਖਬੀਰ ਬਾਦਲ ਆਪ ਸਰਕਾਰ ਨੂੰ ਗੈਂਗਸਟਰਾਂ ਖਿਲਾਫ ਕਾਰਵਾਈ ਨਾ ਕਰਨ ਲਈ ਮਜਬੂਰ ਕਰਨ ਵਾਸਤੇ ਸਮੂਹ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਸੱਦਾ ਦੇ ਰਹੇ ਨੇ ਤੇ ਥਾਂ ਥਾਂ ਜਾ ਰਹੇ ਨੇ। ਮੈਂ ਸਮਝਦਾ ਕਿ ਅਜੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਜ਼ਿੰਮੇਵਾਰੀ ਸਮਝਦੇ ਹੋਏ, ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰਦੇ ਹੋਏ, ਉਹ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਟੇਟ ਕਿਸ ਤਰ੍ਹਾਂ ਕੰਮ ਕਰਦੀ ਹੈ। ਔਰ ਹਾਂ, ਆਵਾਜ਼ ਉਠਾਓ, ਪਰ ਗੱਲ ਤੇ ਅਸਤੀਫਾ ਮੰਗੀ ਜਾਣਾ ਤੇ ਕਹਿਣਾ ਇਹ ਫੇਲ ਹੋ ਚੁੱਕੀ ਸਰਕਾਰ ਹੈ, 6 ਮਹੀਨੇ ਕੱਢੇ, ਲੋਕਾਂ ਨੇ ਗਲਤੀ ਕਰ ਲਈ, ਇਹਨਾਂ ਨਾਲ ਤਾਂ ਗੁਜਰਾਤ ਦੇ ਲੋਕ ਚੰਗੇ ਸੀ ਜਿਨ੍ਹਾਂ ਨੇ ਅਕਲ ਕਰ ਲਈ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਨੇ ਪਾਈਆਂ, ਹਿਮਾਚਲ ਦੇ ਲੋਕ ਸਿਆਣੇ ਨੇ, ਪੰਜਾਬੀਆਂ ਨੂੰ ਅਕਲ ਨਹੀਂ। ਇਹ ਗੱਲਾਂ ਕਰਨੀਆਂ ਵਾਜਬ ਨਹੀਂ। ਮੈਂ ਸਮਝਦਾ ਤੁਸੀਂ ਜਦੋਂ ਇੱਕ ਅਮਨ ਕਾਨੂੰਨ ਦੀ ਗੱਲ ਕਰਦੇ ਹੋ, ਸਿਆਸੀ ਰੋਟੀਆਂ ਸੇਕਣੀਆਂ ਕਿਸੇ ਦੇ ਪੁੱਤ ਦੇ ਸਿਵੇ ਤੇ ਇਹ ਅਜੇ ਵੀ ਬੰਦ ਕੀਤੀਆਂ ਜਾਣ ਤੇ ਬਹੁਤ ਵਧੀਆ ਗੱਲ ਹੋਵੇਗੀ। ਜੀ ਕੁਲਦੀਪ ਜੀ, ਤੁਸੀਂ ਬਹੁਤ ਸੋਹਣੇ ਵਿਚਾਰ ਦਰਸ਼ਕਾਂ ਦੇ ਨਾਲ ਪੇਸ਼ ਕੀਤੇ, ਬਹੁਤ ਬਹੁਤ ਸ਼ੁਕਰੀਆ ਜੀ। ਮਿਲਦੇ ਹਾਂ ਜੀ ਸੋਮਵਾਰ ਨੂੰ ਇਸੇ ਵੇਲੇ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਸਤਿ ਸ਼੍ਰੀ ਅਕਾਲ।